ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੱਲ ਕਰਾਂਗੇ CBSE ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਕੀਤੇ ਗਏ ਬਦਲਾਵਾਂ ਦੀ। CBSE ਨੇ ਪ੍ਰੀਖਿਆਵਾਂ ਨੂੰ ਟਰਮ 1 ਅਤੇ ਟਰਮ 2 ਦੇ ਵਿੱਚ ਵੰਡ ਦਿੱਤਾ ਹੈ। ਟਰਮ 1 ਹੋਵੇਗੀ 90 ਮਿੰਟਾਂ ਦੀ ਔਰ ਟਰਮ 2 ਹੋਵੇਗੀ 2 ਘੰਟਿਆਂ ਦੀ। ਟਰਮ 1 ਦੇ ਵਿੱਚ ਜਿਹੜੇ ਬਹੁ ਵਿਕਲਪੀ ਪ੍ਰੀਖਿਆਵਾਂ ਹੋਣਗੀਆਂ, 40 ਅੰਕਾਂ ਦੇ ਪ੍ਰਸ਼ਨ ਉਹਦੇ 'ਚ ਤੁਹਾਡੇ ਤੋਂ ਪੁੱਛੇ ਜਾਣਗੇ। ਐਵੇਂ ਲਿਖਤੀ ਪ੍ਰੀਖਿਆ ਹੋਏਗੀ ਟਰਮ 2 ਦੇ ਵਿੱਚ, ਉਹ ਵੀ 40 ਅੰਕਾਂ ਦੀ ਹੋਵੇਗੀ। ਆਂਤਰਿਕ ਮੁਲਾਂਕਣ ਟਰਮ 1 ਵਿੱਚ 10 ਅੰਕਾਂ ਦਾ ਔਰ ਟਰਮ 2 ਦੇ ਵਿੱਚ 10 ਅੰਕਾਂ ਦਾ ਹੋਵੇਗਾ। ਇਸ ਤਰ੍ਹਾਂ ਜਿਹੜੀ ਹੈ ਪੂਰੀ ਦਾ ਪੂਰਾ ਫਾਈਨਲ ਤੁਹਾਡਾ ਰਿਜ਼ਲਟ 100 ਅੰਕਾਂ ਦਾ ਬਣੇਗਾ। ਪੰਜਾਬੀ ਭਾਸ਼ਾ ਸਿੱਖਣ ਦੇ ਉਦੇਸ਼ ਕੀ ਦਿੱਤੇ ਗਏ ਹੈ CBSE ਵੱਲੋਂ? ਪੰਜਾਬੀ ਭਾਸ਼ਾ ਦੇ ਗਿਆਨ ਨੂੰ ਸਮਝ ਕੇ ਉਸਦੀ ਢੁਕਵੀਂ ਵਰਤੋਂ ਦੇ ਯੋਗ ਬਣਾਉਣਾ ਅਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ, ਕਵਿਤਾ, ਨਾਟਕ, ਨਾਵਲ, ਕਹਾਣੀ ਅਤੇ ਵਾਰਤਕ ਤੋਂ ਜਾਣੂ ਕਰਾਉਣਾ, ਤਾਂ ਕਿ ਵਿਦਿਆਰਥੀ ਭਾਸ਼ਾ ਦੇ ਵੱਖ-ਵੱਖ ਕੌਸ਼ਲਾਂ ਵਿੱਚ ਨਿਪੁੰਨ ਹੋ ਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਵਿਕਾਸ ਕਰ ਸਕਣ। ਭਾਸ਼ਾ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤਕ ਵਿਰਸੇ ਨਾਲ ਜੋੜਨਾ ਹੈ। ਲਿਖਤੀ ਪ੍ਰੀਖਿਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਉਹ 40+40 ਯਾਨੀ 80 ਅੰਕਾਂ ਦੀ ਹੋਵੇਗੀ। ਐਡਵਾਂਸ ਪੜ੍ਹਨ ਕੌਸ਼ਲ ਟਰਮ 1 ਵਿੱਚ ਆਊਗਾ 15 ਅੰਕਾਂ ਦਾ। ਟਰਮ 2 ਦੇ ਵਿੱਚ CBSE ਨੇ ਨਹੀਂ ਲਿਖਿਆ ਹੈ, ਇਸ ਦਾ ਮਤਲਬ ਸਿਰਫ ਟਰਮ 1 ਵਿੱਚ ਆਏਗਾ। ਵਿਆਕਰਣ 10 ਅੰਕਾਂ ਦੀ ਆਏਗੀ ਟਰਮ 1 ਵਿੱਚ ਔਰ 10 ਅੰਕਾਂ ਦੀ ਆਏਗੀ ਟਰਮ 2 ਦੇ ਵਿੱਚ। ਪ੍ਰਭਾਵਸ਼ਾਲੀ ਲਿਖਣ ਕੌਸ਼ਲ ਉਹ 15 ਅੰਕਾਂ ਦਾ ਹੈ, ਉਹ ਟਰਮ 1 ਦੇ ਵਿੱਚ CBSE ਨੇ ਨਹੀਂ ਲਿਖਿਆ ਹੈ, ਟਰਮ 2 ਦੇ ਵਿੱਚ ਲਿਖਿਆ ਹੈ। ਇਸ ਦਾ ਮਤਲਬ ਪ੍ਰਭਾਵਸ਼ਾਲੀ ਲਿਖਣ ਕੌਸ਼ਲ 15 ਅੰਕਾਂ ਦਾ ਉਹ ਟਰਮ 2 ਵਿੱਚ ਆਏਗਾ। ਸਾਹਿਤ ਪਾਠ ਪੁਸਤਕਾਂ 'ਤੇ ਆਧਾਰਿਤ 15 ਅੰਕਾਂ ਦਾ ਆਏਗਾ ਟਰਮ 1 ਵਿੱਚ ਔਰ 15 ਅੰਕਾਂ ਦਾ ਆਏਗਾ ਟਰਮ 2 ਦੇ ਵਿੱਚ। ਆਂਤਰਿਕ ਮੁਲਾਂਕਣ ਇੰਟਰਨਲ ਅਸੈਸਮੈਂਟ ਇਹ ਕੁੱਲ ਹੋਏਗੀ 20 ਅੰਕਾਂ ਦੀ, 10 ਅੰਕਾਂ ਦੀ ਹੋਏਗੀ, ਉਹ ਹੋਏਗੀ ਜੀ ਟਰਮ 1 ਵਿੱਚ ਔਰ 10 ਅੰਕਾਂ ਦੀ ਹੋਏਗੀ ਟਰਮ 2 ਦੇ ਵਿੱਚ। ਹੁਣ ਕਿਹੜੀਆਂ ਚੀਜ਼ਾਂ ਆਉਣਗੀਆਂ ਅਤੇ ਕਿੰਨੇ ਅੰਕਾਂ ਦੀਆਂ ਆਉਣਗੀਆਂ, ਉਸ ਦੀ ਅਸੀਂ ਗੱਲ ਕਰਦੇ ਹਾਂ। ਪੜ੍ਹਨ ਕੌਸ਼ਲ ਯਾਨੀ ਰੀਡਿੰਗ ਸਕਿੱਲ 2 ਅਣਡਿੱਠੇ ਪੈਰੇ ਵਾਰਤਕ ਦੇ ਵਿੱਚੋਂ ਦਿੱਤੇ ਜਾਣਗੇ। 150 ਤੋਂ 200 ਸ਼ਬਦਾਂ ਵਿੱਚ ਹੋਣਗੇ। 5 ਜਿਹੜੇ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਜਾਣਗੇ, 10 ਅੰਕਾਂ ਦੇ ਹੋਣਗੇ ਜੀ। ਅਣਡਿੱਠੀ ਕਾਵ ਟੁਕੜੀ ਨਾਲ ਸੰਬੰਧਿਤ 5 ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਜੋ 5 ਅੰਕਾਂ ਦੇ ਹੋਣਗੇ। ਇਸ ਤਰ੍ਹਾਂ ਤੁਹਾਡਾ ਪੜ੍ਹਨ ਕੌਸ਼ਲ ਦਾ ਜਿਹੜਾ ਹਿੱਸਾ ਹੈ ਉਹ 15 ਅੰਕਾਂ ਦਾ ਹੋਵੇਗਾ। ਵਿਆਕਰਣ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਆਉਣੇ ਹੈ ਟਰਮ 1 ਦੇ ਵਿੱਚ, ਉਹ ਕੁੱਲ 10 ਅੰਕਾਂ ਦੇ ਹੋਣਗੇ। ਸਮਾਸੀ ਸ਼ਬਦ ਹੈ ਬਹੁ ਵਿਕਲਪੀ ਚੋਣ ਆਧਾਰਿਤ 4 ਅੰਕਾਂ ਦਾ। ਬਹੁ ਆਰਥਕ ਸ਼ਬਦ ਬਹੁ ਵਿਕਲਪੀ ਚੋਣ ਆਧਾਰਿਤ ਇਹ ਵੀ 4 ਅੰਕਾਂ ਦੇ। ਮੁਹਾਵਰੇ ਕੱਕੇ ਤੋਂ ਘੱਗੇ ਤੱਕ ਬਹੁ ਵਿਕਲਪੀ ਚੋਣ ਆਧਾਰਿਤ ਇਹ 2 ਅੰਕਾਂ ਦੇ ਦਿੱਤੇ ਜਾਣਗੇ। ਅਤੇ ਵਿਆਕਰਣ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ 10 ਅੰਕਾਂ ਦਾ CBSE ਦੁਆਰਾ ਨਿਰਧਾਰਿਤ ਕੀਤਾ ਗਿਆ ਹੈ। ਪਾਠ ਪੁਸਤਕਾਂ 'ਤੇ ਆਧਾਰਿਤ ਇਹ ਟੈਕਸਟ ਬੁੱਕਸ ਬੇਸਡ ਮਲਟੀਪਲ ਚੋਇਸ ਕੁਐਸਚਨ ਬਹੁ ਵਿਕਲਪੀ ਪ੍ਰਸ਼ਨ ਇਹ ਆਉਣਗੇ ਜੀ ਕੁੱਲ 15 ਅੰਕਾਂ ਦੇ। ਕਵਿਤਾਵਾਂ ਵਿੱਚੋਂ 4 ਅੰਕਾਂ ਦੇ, ਵਾਰਤਕ ਵਿੱਚੋਂ 5 ਅੰਕਾਂ ਦੇ, ਕਹਾਣੀ ਵਿੱਚੋਂ 3 ਅੰਕਾਂ ਦੇ, ਇਕਾਂਗੀ ਵਿੱਚੋਂ 3 ਅੰਕਾਂ ਦੇ। ਹੁਣ ਅਸੀਂ ਗੱਲ ਕਰਦੇ ਹਾਂ ਕਿਹੜੇ ਪਾਠ ਜਿਹੜੇ ਹੈ ਤੁਹਾਡੀ ਟਰਮ 1 ਦਾ ਹਿੱਸਾ ਹੋਣਗੇ। ਸਾਹਿਤ ਮਾਲਾ ਜਿਹੜੀ ਤੁਹਾਡੀ ਪਾਠ ਪੁਸਤਕ ਹੈ ਜਿਸ 'ਚ ਕਵਿਤਾਵਾਂ ਅਤੇ ਵਾਰਤਕ ਹੈ, ਉਹਦੇ ਵਿੱਚੋਂ ਆਉਣਾ ਜੀ ਸੋ ਕਿਉ ਮੰਦਾ ਆਖੇ, ਗੁਰੂ ਨਾਨਕ ਦੇਵ ਜੀ ਦੀ ਰਚਨਾ। ਕਿਰਪਾ ਕਰਕੇ ਬਖਸ਼ ਲੈ ਇਹ ਗੁਰੂ ਅਮਰਦਾਸ ਜੀ ਦੀ ਰਚਨਾ। ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਰਚਨਾ। ਬੋਲੀ ਸਰਦਾਰ ਗੁਰਬਖਸ਼ ਸਿੰਘ ਜੀ ਦੀ ਰਚਨਾ। ਵੰਨਗੀ ਜਿਹੜੀ ਤੁਹਾਡੀ ਪਾਠ ਪੁਸਤਕ ਹੈ ਜਿਸ 'ਚ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਹੈ, ਉਹਦੇ ਵਿੱਚੋਂ ਕਹਾਣੀ ਆਏਗੀ ਜੀ ਕੁਲਫੀ ਸੁਜਾਨ ਸਿੰਘ ਜੀ ਦੀ ਰਚਨਾ। ਇਕਾਂਗੀ ਆਏਗੀ ਜੀ ਜਫਰਨਾਮਾ ਡਾਕਟਰ ਹਰਚਰਨ ਸਿੰਘ ਜੀ ਦੀ ਰਚਨਾ। ਹੁਣ ਅਸੀਂ ਗੱਲ ਕਰਦੇ ਹਾਂ ਟਰਮ 2
ਟਰਮ 2 ਦੇ ਵਿੱਚ ਕੀ ਆਏਗਾ, ਇਹ ਤੁਹਾਨੂੰ ਪਹਿਲਾਂ ਹੀ ਦੱਸਿਆ। ਟਰਮ 1 ਵੀ 40 ਅੰਕਾਂ ਦੀ ਹੋਏਗੀ ਅਤੇ ਟਰਮ 2 ਵੀ 40 ਅੰਕਾਂ ਦੀ ਹੋਏਗੀ। ਇਹ 'ਚੋਂ ਕਿਹੜੇ ਕਿਹੜੇ ਪਾਠ ਆਉਣਗੇ ਉਹ ਨੋਟ ਕਰ ਲਓ। ਵਿਆਕਰਨ ਜਿਹੜੀ ਹੋਏਗੀ 10 ਅੰਕਾਂ ਦੀ ਹੋਏਗੀ। ਇਹਦੇ 'ਚ ਤੁਹਾਨੂੰ ਛੋਟੇ ਉਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਅਗੇਤਰ ਪਿਛੇਤਰ ਹੈ, ਸ਼ਬਦ ਬਣਾਉਣਾ ਆਏਗਾ। ਤੁਹਾਨੂੰ ਸ਼ਬਦ ਦਿੱਤਾ ਜਾਏਗਾ, ਤੁਸੀਂ ਉਹਦਾ ਪ੍ਰਯੋਗ, ਕੋਈ ਵੀ ਅਗੇਤਰ ਜਾਂ ਪਿਛੇਤਰ ਦਿੱਤਾ ਜਾਏਗਾ, ਉਹਦਾ ਪ੍ਰਯੋਗ ਕਰਕੇ ਤੁਸੀਂ ਸ਼ਬਦ ਬਣਾਉਣਾ ਹੋਏਗਾ। ਇਹ ਕੁੱਲ 4 ਅੰਕਾਂ ਦੇ ਆਉਣਗੇ। ਮੁਹਾਵਰੇ ਆਉਣਗੇ ਜੀ ਚੱਚੇ ਤੋਂ ਝੱਜੇ ਤੱਕ। ਇਹਦੇ 'ਚ ਵਾਕਾਂ 'ਚ ਵਰਤ ਕੇ ਅਸਪਸ਼ਟ ਕਰਨਾ ਹੋਊਗਾ। ਇਹ ਤੁਹਾਨੂੰ ਆਏਗਾ ਜੀ 6 ਅੰਕਾਂ ਦਾ ਲਿਖਿਆ ਹੈ CBSE ਨੇ ਗਲਤੀ ਦੇ ਨਾਲ। ਇਹ ਅਸਲ ਵਿੱਚ ਹਾਂਜੀ 6 ਅੰਕਾਂ ਦਾ ਹੀ ਹੋਏਗਾ। ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਲੇਖ ਰਚਨਾ, ਵਿਚਾਰ ਪ੍ਰਦਾਨ ਅਤੇ ਆਮ ਵਿਸ਼ੇ ਬਾਰੇ ਤੁਹਾਡੇ ਤੋਂ ਪੁੱਛਿਆ ਜਾਏਗਾ। 200 ਸ਼ਬਦਾਂ ਵਿੱਚ ਲਿਖਣਾ ਹੋਊਗਾ। ਆਮ ਤੌਰ 'ਤੇ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਅਸਪਸ਼ਟ ਰਹਿੰਦੇ ਨੇ ਕਿ ਕਿੰਨੇ ਸ਼ਬਦਾਂ ਵਿੱਚ ਲਿਖਣਾ ਹੈ, ਤਾਂ CBSE ਨੇ ਬਹੁਤ ਹੀ ਸਪਸ਼ਟ ਰੂਪ ਵਿੱਚ ਮੈਂਸ਼ਨ ਕੀਤਾ ਹੋਇਆ ਕਿ 200 ਸ਼ਬਦਾਂ ਵਿੱਚ ਤੁਸੀਂ ਲਿਖਣਾ ਹੋਏਗਾ ਲੇਖ, ਜਿਹੜਾ ਤੁਹਾਨੂੰ ਉਹ ਟੌਪਿਕ ਦੇਣਗੇ। ਤਾਂ 3 ਲੇਖ ਦਿੱਤੇ ਜਾਣਗੇ, ਉਹਨਾਂ ਵਿੱਚੋਂ ਤੁਸੀਂ 1 ਲੇਖ ਕਰਨਾ ਹੋਏਗਾ। ਨੁਕਤੇ ਵੀ ਦਿੱਤੇ ਜਾਣਗੇ। ਨੁਕਤੇ ਆਮ ਤੌਰ 'ਤੇ ਵਿਦਿਆਰਥੀਆਂ ਦੀ ਬਹੁਤ ਹੀ ਚੰਗੀ ਤਰ੍ਹਾਂ ਮਦਦ ਕਰਦੇ ਆ ਜਦੋਂ ਉਹਨਾਂ ਨੇ ਲੇਖ ਲਿਖਣਾ ਹੁੰਦਾ ਹੈ। ਤਾਂ ਲੇਖ ਹੋਏਗਾ ਜੀ 8 ਅੰਕਾਂ ਦਾ। ਪੱਤਰ ਰਚਨਾ ਨਿੱਜੀ ਅਤੇ ਦਫ਼ਤਰੀ ਹੋਏਗੀ ਜੀ 7 ਅੰਕਾਂ ਦੀ। ਇਹਦੇ ਵਿੱਚ ਵੀ 2 ਪੱਤਰ ਦਿੱਤੇ ਜਾਣਗੇ, ਚੋਣ ਆਧਾਰਿਤ ਹੋਣਗੇ ਔਰ ਨੁਕਤਿਆਂ ਸਹਿਤ ਹੋਣਗੇ। ਪਾਠ ਪੁਸਤਕਾਂ 'ਤੇ ਆਧਾਰਿਤ ਜਿਹੜੇ ਟੈਕਸਟ ਬੁੱਕਸ 'ਤੇ ਬੇਸਡ ਜੋ ਕੁਐਸਚਨ ਆਨਸਰਸ ਆਉਣਗੇ ਉਹ ਹੋਣਗੇ 15 ਅੰਕਾਂ ਦੇ। ਛੋਟੇ ਉਤਰਾਂ ਵਾਲੇ ਪ੍ਰਸ਼ਨ ਯਾਨੀ 1 ਅੰਕ ਵਾਲੇ। ਕਵਿਤਾ ਵਿੱਚੋਂ ਹੋਣਗੇ 1 ਸ਼ਬਦ ਵਾਲੇ, ਇਹ ਆਉਣਗੇ ਜੀ 3 ਅੰਕਾਂ ਦੇ। ਛੋਟੇ ਉਤਰਾਂ ਵਾਲੇ ਪ੍ਰਸ਼ਨ 2 ਅੰਕ ਵਾਲੇ 25 ਤੋਂ 30 ਸ਼ਬਦਾਂ ਵਿੱਚ। ਕਹਾਣੀ ਅਤੇ ਵਾਰਤਕ ਵਿੱਚੋਂ ਹੋਣਗੇ, ਇਹ ਆਉਣਗੇ ਜੀ 4 ਅੰਕਾਂ ਦੇ। ਵੱਡੇ ਉਤਰਾਂ ਵਾਲੇ ਪ੍ਰਸ਼ਨ 50 ਤੋਂ 60 ਸ਼ਬਦਾਂ ਵਿੱਚ, ਇਹ ਆਉਣਗੇ ਜੀ 4 ਅੰਕਾਂ ਦੇ। ਇਹ ਵੀ ਵਾਰਤਕ ਵਿੱਚੋਂ ਹੋਣਗੇ, ਚੋਣ ਆਧਾਰਿਤ ਹੋਣਗੇ। ਇਕਾਂਗੀ ਵਿੱਚੋਂ ਵੱਡੇ ਉਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ 50 ਤੋਂ 60 ਸ਼ਬਦਾਂ ਵਿੱਚ, ਇਹ ਵੀ ਚੋਣ ਆਧਾਰਿਤ ਹੋਣਗੇ, 4 ਅੰਕਾਂ ਦੇ ਹੋਣਗੇ ਜੀ। ਕਿਹੜੇ ਕਿਹੜੇ ਪਾਠ ਆਉਣਗੇ ਟਰਮ 2 ਦੇ ਵਿੱਚ ਉਹ ਵੀ ਨੋਟ ਕਰ ਲਓ ਜੀ। ਸਾਹਿਤ ਮਾਲਾ ਜਿਹੜੀ ਹੈ ਜਿਹਦੇ ਵਿੱਚ ਪੰਜਾਬੀ ਕਵਿਤਾ ਅਤੇ ਵਾਰਤਕ ਹੁੰਦਾ ਹੈ, ਉਹਦੇ 'ਚ ਕਾਵ ਰਚਨਾਵਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰੂ ਅਰਜਨ ਦੇਵ ਜੀ ਦੀ ਰਚਨਾ ਇਹ ਆਵੇਗੀ ਜੀ। ਐਵੇਂ ਸਤਿਗੁਰ ਨਾਨਕ ਪ੍ਰਗਟਿਆ, ਭਾਈ ਗੁਰਦਾਸ ਜੀ ਦੀ ਰਚਨਾ ਹੈ, ਉਹ ਵੀ ਆਏਗੀ ਜੀ। ਵਾਰਤਕ ਪ੍ਰਾਰਥਨਾ ਡਾਕਟਰ ਬਲਬੀਰ ਸਿੰਘ ਜੀ ਦੀ ਰਚਨਾ ਹੈ। ਮੇਰੇ ਵੱਡੇ ਵਡੇਰੇ, ਇਹ ਗਿਆਨੀ ਗੁਰਦੀਪ ਸਿੰਘ ਜੀ ਦੀ ਰਚਨਾ ਹੈ, ਇਹ ਤੁਹਾਡੇ ਟਰਮ 2 ਦਾ ਹਿੱਸਾ ਹੋਏਗੀ ਜੀ। ਵੰਨਗੀ ਜਿਹਦੇ 'ਚ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਹੁੰਦੀ ਆ, ਉਹਦੇ ਵਿੱਚ ਕਹਾਣੀ ਕਿਹੜੀ ਆਉਣੀ ਹੈ ਉਹ ਨੋਟ ਕਰ ਲਓ ਜੀ। ਅੰਗ ਸੰਗ, ਵਿਰਿਆਮ ਸਿੰਘ ਸੰਧੂ ਜੀ ਦੀ ਰਚਨਾ। ਇਕਾਂਗੀ ਦੂਜਾ ਵਿਆਹ, ਸੰਤ ਸਿੰਘ ਸੇਖੋ ਜੀ ਦੀ ਰਚਨਾ। ਅਤੇ ਇਹ ਹੋਏਗਾ ਜੀ ਤੁਹਾਡਾ ਪੈਟਰਨ, ਅਤੇ ਇਹ ਹੋਣਗੇ ਤੁਹਾਡੇ ਚੈਪਟਰਸ ਜਿਹੜੇ ਆਉਣੇ ਹੈ। ਤਾਂ CBSE ਨੇ ਇੱਕ ਵਿਸ਼ੇਸ਼ ਕਥਨ ਭੇਜਿਆ ਹੈ, ਸੈਸ਼ਨ 2021-22 ਲਈ ਜਾਰੀ ਪੰਜਾਬੀ ਦੀ ਇਸ ਸੋਧੇ ਹੋਏ ਪਾਠਕ੍ਰਮ ਵਿੱਚ ਟਰਮ 1 ਦੀ ਪ੍ਰੀਖਿਆ ਵਿੱਚ 40 ਅੰਕਾਂ ਦੇ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਅਤੇ ਆਂਤਰਿਕ ਮੁਲਾਂਕਣ 10 ਅੰਕ ਦਾ ਹੋਵੇਗਾ। ਟਰਮ 2 ਦੀ ਲਿਖਤੀ ਪ੍ਰੀਖਿਆ ਵਰਣਨਾਤਮਕ ਹੋਵੇਗੀ, ਜਿਸ ਵਿੱਚ 40 ਅੰਕਾਂ ਦੇ ਵੱਖ-ਵੱਖ ਪ੍ਰਸ਼ਨ ਪੁੱਛੇ ਜਾਣਗੇ ਅਤੇ ਆਂਤਰਿਕ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਅਤੇ CBSE ਨੇ ਹਰ ਚੀਜ਼ ਨੂੰ ਬਹੁਤ ਹੀ ਸਪਸ਼ਟ ਰੂਪ ਵਿੱਚ ਤੁਹਾਨੂੰ ਸਮਝਾਇਆ ਹੈ। ਤਾਂ ਪਿਆਰੇ ਵਿਦਿਆਰਥੀਓ, ਇਸ ਨੂੰ ਧਿਆਨ ਨਾਲ ਸਮਝਣਾ ਹੈ ਔਰ ਚੰਗੀ ਤਰ੍ਹਾਂ ਪੜ੍ਹਨਾ ਹੈ। ਸੋ ਉਮੀਦ ਹੈ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਇਆ ਹੋਵੇਗਾ ਔਰ ਤੁਹਾਨੂੰ ਜਿਹੜੀ ਸਿਲੇਬਸ ਨੂੰ ਲੈ ਕੇ ਜਾਂ ਪੈਟਰਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੈ ਉਹ ਦੂਰ ਹੋ ਗਈ ਹੋਵੇਗੀ। ਅਤੇ ਪਿਆਰੇ ਵਿਦਿਆਰਥੀਓ, ਇਸੀ ਤਰ੍ਹਾਂ ਪੜ੍ਹਦੇ ਰਹੋ ਅਤੇ ਪੜ੍ਹਾਈ ਦੇ ਨਾਲ ਜੁੜੇ ਰਹੋ।